ਮੂਰਤ ਤੋਂ ਉਲਟ ਕੀ ਹੈ? ਅਮੂਰਤ, ਜਿਹੜਾ ਨਾ ਦਿਖਦਾ ਹੋਵੇ, ਇਹਨੂੰ ਸੁਖੋਪਤ ਅਵਸਥਾ ਦਾ ਜ਼ਿਕਰ ਕਰ ਰਹੇ ਹਨ। ਸਰਵ ਅਵਿਦਿਆ ਕੋ ਵਿਵਹਾਰ, ਇਹ ਸਾਰਾ ਅਵਿਦਿਆ ਦਾ ਹੀ ਵਿਵਹਾਰ ਹੈ, ਕਿਉਂਕਿ ਅਵਿਦਿਆ ਪਹਿਲਾਂ ਆਪਾਂ ਸੁਣ ਆਏ ਹਾਂ ਤੇ ਵਿਦਿਆ ਆਪਾਂ ਸੁਣ ਆਏ ਹਾਂ ਕਿ ਅਵਿਦਿਆ ਕਿਹਨੂੰ ਕਹਿੰਦੇ ਨੇ ਤੇ ਵਿਦਿਆ ਕਿਹਨੂੰ ਕਹਿੰਦੇ ਨੇ। ਇਹ ਵਿਦਿਆ ਦੇ ਵਿਵਹਾਰ ਵਿੱਚ ਜਦੋਂ ਆਪਾਂ ਸੁੱਤੇ ਪਏ ਹੁੰਦੇ ਆ ਉਦੋਂ ਅਮੂਰਤ ਹੁੰਦਾ ਹੈ, ਜਦੋਂ ਉਹਨੂੰ ਸੁਖੋਪਤ ਅਵਸਥਾ ਕਹਿੰਦੇ। ਜਦੋਂ ਉੱਠ ਕੇ ਕਹਿੰਦਾ ਅੱਜ ਮੈਨੂੰ ਕੋਈ ਸੁਪਨਾ ਹੀ ਨਹੀਂ ਆਇਆ, ਇਹਨੂੰ ਕਹਿੰਦੇ ਸੁਖੋਪਤ ਅਵਸਥਾ ਵਿੱਚ ਚਲਿਆ ਗਿਆ ਹੈ। ਕਾਰਨ ਦੇ ਅਵਿਦਿਆ ਮੈਂ ਇਹ ਕਾਰਨ ਦੇ ਹੁੰਦੀ ਸਾਡੀ ਇੱਕ ਕਾਰਨ ਦੇ ਵਿੱਚ ਵਿਦਿਆ ਹੈ। ਇਹ ਭਲੇ ਭਏ ਲੀਨ ਸੂਖਮਤਾ ਸਾਰ, ਇਹ ਲੀਨ ਹੋ ਗਈ, ਸੂਖਮਤਾ ਆ ਗਈ, ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਇਤਨੀ ਸੂਖਮਤਾ, ਇਤਨੀ ਬਰੀਕੀ ਆ ਗਈ ਹੈ। ਸਾਖੀ ਗਿਆਨ ਰਿਓ ਸਨ ਮਾਤਰ, ਸਾਖੀ ਗਿਆਨ ਜਿਹੜਾ ਸੀ ਨਾ ਆਤਮਾ, ਜਦੋਂ ਵੀ ਸਾਖੀ ਗਿਆਨ ਦਾ ਮਤਲਬ ਹੋਣਾ ਕਿ ਆਤਮਾ ਹੀ ਕੇਵਲ ਸੱਤ ਹੈ। ਆਤਮਾ ਤਾਂ ਉਸੇ ਤਰ੍ਹਾਂ ਹੀ ਖੜੀ ਹੈ, ਭਾਵੇਂ ਆਪਾਂ ਹੁਣ ਜਾਗਦੇ ਬੈਠੇ ਆਂ ਤਾਂ ਵੀ ਆਤਮਾ ਆਪਣਾ ਕੰਮ ਕਰ ਰਹੀ, ਲਾਈਟ ਦੇਈ ਜਾਣੀ ਉਹਨੇ ਤਾਂ ਆਪਾਂ ਨੂੰ। ਜੇ ਸੌਂ ਗਏ ਸੁਪਨੇ ਵਿੱਚ ਵੀ ਆਤਮਾ ਹੀ ਸੁਪਨਾ ਦੇਖਦੀ ਹੈ, ਉਹੀ ਦੱਸਦੀ ਕਿ ਤੈਨੂੰ ਆਹ ਸੁਪਨਾ ਆਇਆ। ਜੋ ਬਿਲਕੁਲ ਹੀ ਗੂੜੀ ਨੀਂਦ ਆ ਗਈ, ਸੁਖੋਪਤ ਅਵਸਥਾ ਬਾਰੇ ਵੀ ਆਤਮਾ ਹੀ ਗਿਆਨ ਦਿੰਦੀ ਹੈ, ਕਿਉਂ ਕਹਿੰਦੇ ਇਹਨਾਂ ਦੇ ਪਿੱਛੇ ਸਾਰਿਆਂ ਦੇ ਉਹ ਸਤ ਸਰੂਪ ਆਤਮਾ ਹੀ ਖੜੀ ਹੈ। ਪ੍ਰਾਗ ਅਭਿਮਾਨੀ ਕੀ ਨਿਰਧਾਰ, ਇਹ ਪ੍ਰਾਗ ਅਭਿਮਾਨੀ ਦੀ ਅਵਸਥਾ ਹੈ। ਇਹਦਾ ਇਸੇ ਕਰਕੇ ਮੈਂ ਬੇਨਤੀ ਕੀਤੀ ਹੈ ਕਿ ਜ਼ਿਆਦਾ ਵਿਸਤਾਰ ਇੱਥੇ ਨਹੀਂ ਆਉਣਾ। ਇਹ ਜਪਜੀ ਸਾਹਿਬ ਦੀਆਂ ਕੈਸਟਾਂ ਵਿੱਚ ਬਹੁਤ ਧਿਆਨ ਨਾਲ ਵਿਸਤਾਰ ਹੋਇਆ ਪਿਆ, ਉੱਥੇ ਵਿਸਤਾਰ ਧਿਆਨ ਨਾਲ ਸੁਣ ਲਓ। ਇਹ ਸੁਖਪਤੀ ਅਵਸਥਾ ਲਖ ਸਿੱਖ, ਇਹ ਜਿਹੜਾ ਹੈ ਨਾ ਸੁਖੋਪਤ ਅਵਸਥਾ ਭਾਈ ਗੁਰਸਿੱਖ ਜਾਣਨਾ ਕਰ। ਤੀਨੋਂ ਭਨੀ ਭਲੇ ਉਰਧਾਰ, ਇਹ ਤਿੰਨੇ ਭਲੇ ਤਰੀਕੇ ਨਾਲ ਦੱਸ ਦਿੱਤੀਆਂ ਹਨ ਤੈਨੂੰ। ਜਾਗਰਤ ਮੈਂ ਕਿਸ ਕਾਰਨ ਤੇ ਕਿਤ, ਇਹ ਸਾਰੀਆਂ ਚੀਜ਼ਾਂ ਪੁੱਛੀਆਂ ਸੀ ਸ਼ੁਰੂ ਵਿੱਚ। ਹੁਣ ਆਈ ਹੈ ਬੇਹੋਸ਼ੀ ਦੀ ਅਵਸਥਾ, ਜਿਹਨੂੰ ਮੂਰਛਾ ਕਹਿੰਦੇ ਆ। ਕਹਿੰਦੇ ਜਾਗਦਾ ਬੈਠਾ ਬੰਦਾ ਜਾਂ ਤੁਰਿਆ ਜਾਂਦਾ ਹੈ, ਕੋਈ ਕਾਰ ਮੋਟਰ ਚਲਾਉਂਦਾ ਹੈ ਜਾਂ ਵੈਸੇ ਹੀ ਬੈਠਾ ਹੈ, ਜਾਗਰਤ ਅਵਸਥਾ ਵਿੱਚ ਕਿਸੇ ਕਾਰਨ ਕਰਕੇ ਲਗੈ ਚੋਟ ਜੈ ਮਰਮ ਸਥਾਨ, ਕਹਿੰਦੇ ਅਚਾਨਕ ਸੱਟ ਵੱਜ ਗਈ। ਮਰਮ ਤੋਂ ਭਾਵ ਬਿਲਕੁਲ ਜਿਹੜਾ ਸਾਡਾ ਸਿਰ ਦੇ ਵਿੱਚ ਸੂਖਮ ਸਥਾਨ ਹੈ, ਅਚਾਨਕ ਸੱਟ ਵੱਜ ਗਈ। ਕਿਦੋਂ ਰੋਗ ਕੈ ਅਪਰਹਿਤ ਹੋਏ, ਜਾਂ ਬੰਦੇ ਨੂੰ ਕੋਈ ਰੋਗ ਚਿੰਬੜ ਗਿਆ, ਰੋਗ ਕਰਕੇ ਵੀ ਕਈ ਵਾਰ ਬੇਹੋਸ਼ ਹੋ ਜਾਂਦਾ, ਜਾਂ ਫਿਰ ਇਹ ਕਿਸੇ ਹੋਰ ਕਾਰਨ ਕਰਕੇ ਬੇਹੋਸ਼ ਹੋ ਜਾਂਦਾ ਹੈ। ਜੋ ਲੋ ਰਹਿ ਅਚੇਤ ਮਹਾਨ, ਗੱਲ ਕੇ ਕਹਿੰਦੇ ਜਦ ਤੱਕ ਬਹੁਤ ਬੇਹੋਸ਼ ਰਹੇ ਉਦੋਂ ਤੱਕ ਇਹ ਜਾਣਦਾ ਤਾਂ ਹੈ ਨਾ। ਕਹਿੰਦਾ ਮੈਨੂੰ ਸੁਣਦਾ ਤਾਂ ਸਾਰਾ ਕੁਝ ਜਿਹਾ ਸੀ। ਬੇਹੋਸ਼ ਬੰਦੇ ਨੂੰ ਕੰਨਾਂ ਰਾਹੀਂ ਸੁਣੀ ਜਾਂਦਾ ਹੁੰਦਾ ਕਈ ਵਾਰੀ, ਪਰ ਉਹ ਕੁਝ ਕਰ ਨਹੀਂ ਸਕਦਾ, ਉਹਦਾ ਸਰੀਰ ਇਸ ਹਾਲਤ ਵਿੱਚ ਹੁੰਦਾ ਹੈ। ਇਸ ਕਰਕੇ ਉਹ, ਪਰ ਇਹ ਗੱਲ ਦਾ ਤੈਨੂੰ ਗਿਆਨ ਕਿਵੇਂ ਰਿਹਾ? ਉਹ ਦੱਸੋ ਕਿਹੜੀ ਗੱਲ ਹੈ ਜਿਹੜੀ ਬੇਹੋਸ਼ੀ ਵਿੱਚ ਵੀ ਸਾਨੂੰ ਗਿਆਨ ਰੱਖਦੀ? ਸਾਡੇ ਅੰਦਰ ਦੇਖਣ ਵਾਲੀ ਕੀ ਚੀਜ਼ ਹੈ ਉਹ? ਦੌਲੋ ਸਾਖੀ ਕੇਰ ਅਵੰਤਰ, ਸੋ ਇਸ ਤਰੀਕੇ ਨਾਲ ਕਹਿੰਦੇ ਨੇ ਉਦੋਂ ਤੱਕ ਜਿਹੜਾ ਹੈ ਨਾ ਸਾਖੀ ਰੂਪ ਸਾਡਾ ਅੰਦਰ ਆਤਮਾ, ਉਹਦਾ ਅਭਿਮਾਨੀ ਦੇਖਣ ਵਾਲਾ ਹੁੰਦਾ ਅੰਦਰ। ਵਿਸ਼ਵ ਅਭਿਮਾਨੀ ਕੋ ਪਹਿਚਾਨ, ਤਦ ਤੱਕ ਸਾਖੀ ਦੇ ਵਿੱਚ ਇਹ ਸਫੁਰਨ ਹੋ ਰਹੀ ਹੈ। ਇਹਦਾ ਅਭਿਮਾਨੀ ਵੀ ਵਿਸ਼ਵ ਅਭਿਮਾਨੀ ਹੈ। ਜਿਹੜਾ ਵਿਸ਼ਵ ਅਭਿਮਾਨੀ ਹੁਣ ਆਪਣੀਆਂ ਅੱਖਾਂ ਨਾਲ ਬਾਹਰ ਨੂੰ ਦੇਖਦਾ, ਆਤਮਾ ਹੀ ਤਾਂ ਦੇਖ ਰਹੀ ਹੈ ਹੁਣ ਇਸ ਵਕਤ। ਇਸੇ ਤਰ੍ਹਾਂ ਹੀ ਜਦੋਂ ਬੰਦਾ ਬੇਹੋਸ਼ ਹੋ ਜਾਂਦਾ ਹੈ, ਬੇਹੋਸ਼ ਹੋਏ ਨੂੰ ਕਹਿੰਦਾ ਆਵਾਜ਼ਾਂ ਜੀਆਂ ਸੁਣਦੀਆਂ ਸੀ ਮੈਨੂੰ, ਉਹ ਪਤਾ ਲੱਗਦਾ ਸੀ ਕਿ ਉਹ ਕੁਝ ਹੋ ਰਿਹਾ, ਪਰ ਸਰੀਰ ਬਿਲਕੁਲ ਖਤਮ ਹੋਇਆ ਪਿਆ ਹੈ। ਇਸ ਤਰ੍ਹਾਂ ਹੈ। ਕਹਿੰਦੇ ਉਹ ਤੈਨੂੰ ਕਿਹਨੇ ਦਿਖਾਤਾ ਬਈ? ਤੈਨੂੰ ਕੌਣ ਸੁਣਾਉਂਦਾ ਅੰਦਰ? ਕਹਿੰਦੇ ਉਹ ਆਤਮਾ ਕਰਕੇ ਹੀ ਤਾਂ ਸੁਣਦਾ। ਜੇ ਤਾਂ ਬੰਦਾ ਚੜ੍ਹਾਈ ਕਰ ਜਾਵੇ ਫਿਰ ਤਾਂ ਗੱਲ ਹੀ ਮੁੱਕ ਜਾਂਦੀ ਹੈ, ਤੇ ਜੇ ਅੰਦਰ ਆਤਮਾ ਹੈ ਤਾਂ ਬੰਦੇ ਨੂੰ ਸਾਰਾ ਗਿਆਨ ਸੋਝੀ ਰਹਿੰਦੀ ਹੈ। ਕਹੈ ਮੂਰਛਾ ਕੋ ਸਰੂਪ ਇਹ ਮੂਰਛਾ ਦਾ ਸਰੂਪ ਹੈ, ਇਹ ਬੇਹੋਸ਼ੀ ਹੋ ਜਾਂਦੀ ਹੈ। ਜਾਵਦ ਨਹੀਂ ਪ੍ਰਾਨ ਕੋ ਹਾਨ, ਕਹਿੰਦੇ ਜਦੋਂ ਤੱਕ ਪ੍ਰਾਣ ਨਹੀਂ ਨਿਕਲਦੇ ਬੰਦੇ ਦੇ, ਭਾਵ ਜਦ ਤੱਕ ਮਰ ਨਹੀਂ ਜਾਂਦਾ ਉਦੋਂ ਤੱਕ ਅੰਦਰ ਆਤਮਾ ਤਾਂ ਰਹਿੰਦੀ ਹੋਈ ਹੈ। ਆਤਮਾ ਜਦੋਂ ਅੰਦਰ ਹੈ, ਬੇਹੋਸ਼ ਹੋਣ ਤੇ ਵੀ ਅੰਦਰਲੀ ਸੋਝੀ ਮਰਦੀ ਨਹੀਂ ਹੈ ਇਹਦੀ। ਤ੍ਰਿਪੁਟੀ ਗਿਆਤਾ ਗਿਆਨ ਗੇਜੈ, ਹੁਣ ਕਹਿੰਦੇ ਨੇ ਅੱਗੇ ਪਤਾ ਕੀਤਾ ਸੀ
ਕਹਿੰਦੇ ਸਾਨੂੰ ਕਿਰਪਾ ਕਰਕੇ ਦੱਸੋ ਕਿ ਬ੍ਰਹਮ ਦਾ ਜਿਹੜਾ ਭਾਵ ਹੈ ਤ੍ਰਿਪੁਟੀ ਵਿੱਚ, ਭਾਵ ਦੋ ਪ੍ਰਕਾਰ ਦੀਆਂ ਸਮਾਧੀਆਂ ਜਿਹੜੀਆਂ ਹੁੰਦੀਆਂ, ਸਮਾਧੀ ਚੱਲੀ ਹੈ ਹੁਣ, ਇਹ ਸਮਾਧੀ ਕਿੰਨੇ ਪ੍ਰਕਾਰ ਦੀ ਹੁੰਦੀ? ਦੋ ਪ੍ਰਕਾਰ ਦੀ। ਇੱਕ ਤਾਂ ਹੁੰਦੀ ਹੈ ਸਾ ਵਿਕਲਪ ਸਮਾਧੀ, ਇੱਕ ਹੁੰਦੀ ਹੈ ਨਿਰਵਿਕਲਪ ਸਮਾਧੀ। ਸਾ ਵਿਕਲਪ ਸਮਾਧੀ ਹੁੰਦੀ ਜਿਹਦੇ ਚ ਮਾੜਾ ਮਾੜਾ ਫੁਰਨਾ ਜਾਂ ਫੁਰਦਾ ਰਹਿੰਦਾ ਹੈ। ਇੱਕ ਹੁੰਦੀ ਨਿਰਵਿਕਲਪ ਸਮਾਧੀ ਜਿਹਦੇ ਚ ਕੋਈ ਫੁਰਨਾ ਹੀ ਨਹੀਂ ਫੁਰਦਾ, ਜਿੱਥੇ ਜਾ ਕੇ ਕਹਿੰਦੇ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਸੋ ਇਸ ਕਰਕੇ ਚੌਥੇ ਸੁਣਨਾ ਜੋ ਨਰ ਜਾਣੈ ਤਾ ਕੋ ਪਾਪ ਨ ਪੁੰਨੰ। ਇਹ ਚੌਥੀ ਅਵਸਥਾ ਵਿੱਚ ਜਾ ਕੇ ਇੱਕ ਅਵਸਥਾ ਆਉਂਦੀ ਜਿਹਨੂੰ ਕਹਿੰਦੇ ਨਿਰਵਿਕਲਪ, ਜਿੱਥੇ ਕੋਈ ਫੁਰਨਾ ਨਹੀਂ ਹੁੰਦਾ। ਸਾ ਵਿਕਲਪ ਸਮਾਧੀ ਦਾ ਜ਼ਿਕਰ ਪਹਿਲਾਂ ਕਰਦੇ ਨੇ ਕਿ ਤ੍ਰਿਪੁਟੀ ਜਿਹੜੀ ਹੁੰਦੀ ਗਿਆਤਾ ਗਿਆਨ ਗੇ, ਇੱਕ ਤਾਂ ਹੁੰਦਾ ਕਿ ਮੈਂ ਆ, ਦੂਜਾ ਉਹ ਪ੍ਰਮਾਤਮਾ ਹੈ, ਤੀਜਾ ਇਹਨਾਂ ਦੇ ਵਿਚਕਾਰ ਇੱਕ ਮੇਰੇ ਕੋਲ ਗਿਆਨ ਹੈ। ਇੱਕ ਤਾਂ ਮੈਂ ਆ, ਇੱਕ ਉਹ ਹੈ। ਇਹ ਅਸੀਂ ਤਿੰਨ ਜਾਣੇ ਹੋ ਗਏ, ਇੱਕ ਤਾਂ ਮੈਂ ਆ, ਇੱਕ ਉਹ ਹੈ, ਇੱਕ ਵਿਚਕਾਰ ਜਿਹੜੀ ਇਹ ਜਾਣਕਾਰੀ ਰੱਖਣ ਵਾਲਾ ਹੈ। ਇਸ ਕਰਕੇ ਕਹਿੰਦੇ ਜਦੋਂ ਰਹਿੰਦਾ ਕਿ ਉਹ ਵਾਹਿਗੁਰੂ ਹੈ ਤੇ ਮੈਂ ਉਹਨੂੰ ਜਪਣ ਵਾਲਾ ਹਾਂ। ਇੱਕ ਤੀਜਾ ਇਹ ਜਿਹੜਾ ਦੋਨਾਂ ਦਾ ਗਿਆਨ ਦਿੰਦਾ ਹੈ। ਇਹ ਸਾ ਵਿਕਲਪ ਸਮਾਧੀ ਤਾਂ ਲੱਗ ਗਈ, ਪਰ ਹਲੇ ਤੱਕ ਪੱਕੀ ਸਮਾਧੀ ਨਹੀਂ ਹੈ ਇਹ। ਇਹਦੇ ਵਿੱਚ ਵੀ ਹਲੇ ਤੱਕ ਫੁਰਨਾ ਫੁਰਦਾ ਹੈ। ਭਾਸੈ ਬ੍ਰਹਮ ਭਾਵ ਕੋ ਲੀਨ, ਵੈਸੇ ਬ੍ਰਹਮ ਭਾਵ ਦੇ ਵਿੱਚ ਤਾਂ ਲੀਨ ਹੋ ਜਾਂਦਾ ਹੈ, ਭਾਸਦਾ ਰਹਿੰਦਾ, ਮਾੜਾ ਮਾੜਾ ਸੰਕਲਪ ਜਿਹਾ ਰਹੀ ਜਾਂਦਾ ਹੈ। ਤੇ ਸਮਾਧ ਸਾ ਵਿਕਲਪ ਕਹਿਤ, ਕਹਿੰਦੇ ਇਹਨੂੰ ਸਾ ਵਿਕਲਪ ਸਮਾਧੀ ਸਿਆਣੇ ਕਹਿੰਦੇ ਨੇ। ਜੈ ਤ੍ਰਿਪੁਟੀ ਵਿਕਲਪ ਵਿਹੀਨ, ਸੋ ਜਿੱਥੇ ਤ੍ਰਿਪੁਟੀ ਜਿਹੜੀ ਹੈ ਵਿਕਲਪ ਤੋਂ ਵਿਹੀਨ ਹੋ ਜਾਂਦੀ ਹੈ। ਇੱਕ ਬ੍ਰਹਮ ਭਾਵ ਸਮੇਤ ਸਮਾਧੀ, ਜਿੱਥੇ ਤ੍ਰਿਪੁਟੀ ਚ ਵਿਕਲਪ ਤੋਂ ਵਿਹੀਣੀ ਹੋ ਕੇ ਇਹ ਭੁੱਲ ਜਾਂਦਾ ਹੈ ਕਿ ਗਿਆਤਾ ਗਿਆਨ ਗੇ ਤਿੰਨੇ ਮੁੱਕ ਜਾਂਦੇ ਨੇ। ਬਸ ਇਹੀ ਰਹਿ ਜਾਂਦਾ ਹੈ ਕਿ ਤੂੰ ਹੀ ਤੂੰ ਹੀ ਤੂੰ ਹੀ। ਜਿੱਥੇ ਜਾ ਕੇ ਇਹ ਮੁੱਕ ਜਾਂਦਾ ਕਿ ਮੈਂ ਜਾਪ ਕਰਦਾ, ਉਹ ਵਾਹਿਗੁਰੂ ਹੈ, ਇਹ ਹੁਣ ਖਤਮ ਹੋ ਗਿਆ। ਹੁਣ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਉਹ ਜਿਹੜਾ ਹੂੰ ਕਰਦਾ ਹਾਂ ਮੈਂ ਵਿੱਚੋਂ ਖੋਵੈ, ਇਹ ਚੀਜ਼ ਸਾਰੀ ਜਦੋਂ ਮੁੱਕ ਗਈ ਅੰਦਰੋਂ, ਵਾਹਿਗੁਰੂ ਵਿੱਚ ਇੱਕ ਮਿਕ ਹੋ ਗਿਆ, ਪਾਣੀ ਦੀ ਤਰ੍ਹਾਂ ਲੀਨ ਹੀ ਹੋ ਗਿਆ ਜਦੋਂ ਜੀਵ, ਕਹਿੰਦੇ ਉਹ ਜਾ ਕੇ ਫਿਰ ਬਣ ਜਾਂਦੀ ਹੈ ਨਿਰਵਿਕਲਪ ਸਮਾਧੀ। ਵਿਸ਼ਵ ਅਭਿਮਾਨੀ ਕੀ ਸਾਖੀ ਮੈਂ, ਇਹ ਜਿਹੜਾ ਵਿਸ਼ਵ ਅਭਿਮਾਨੀ ਹੈ, ਦੱਸਿਆ ਨਾ ਕਿ ਵਿਸ਼ਵ ਨਾਮ ਸੰਸਾਰ ਦਾ ਹੈ। ਅਭਿਮਾਨੀ ਹੁੰਦਾ ਦੇਖਣਾ ਕਿ ਮੈਂ ਦੇਖਦਾ ਹਾਂ, ਇਉਂ ਕਹਿੰਦੇ ਅਭਿਮਾਨੀ ਹੈ ਵਿਸ਼ਵ ਦਾ। ਇਹ ਜਿਹੜਾ ਜੀਵ ਹੈ ਵਿਸ਼ਵ ਅਭਿਮਾਨੀ ਦਾ ਭਾਵ ਇਹਦੇ ਮੰਗਰ ਜਿਹੜਾ ਸਾਖੀ ਕੌਣ? ਆਤਮਾ ਜਿਹੜੀ ਸਾਨੂੰ ਅੰਦਰੋਂ ਗਿਆਨ ਪ੍ਰਗਟ ਕਰਦੀ ਹੈ ਕਿ ਇਹ ਅੱਖਾਂ ਦੇ ਰਾਹੀਂ ਆਪਾਂ ਸੰਸਾਰ ਨੂੰ ਦੇਖਦੇ ਹਾਂ। ਦੋਏ ਪ੍ਰਕਾਰ ਕੀ ਕਹਿ ਪ੍ਰਵੀਨ, ਕਹਿੰਦੇ ਦੋ ਤਰ੍ਹਾਂ ਦੀ ਸਮਾਧੀ ਸਿਆਣੇ ਬੰਦੇ ਇਸ ਤਰ੍ਹਾਂ ਕਹਿੰਦੇ ਨੇ, ਇਹ ਦੋ ਤਰ੍ਹਾਂ ਦੀ ਸਮਾਧੀ ਹੁੰਦੀ ਹੈ। ਸਮਾਧ ਮੂਰਛਾ ਤੀਨ ਅਵਸਥਾ, ਹੁਣ ਕਹਿੰਦੇ ਨੇ ਅੱਗੇ ਕਿ ਇੱਕ ਸਮਾਧੀ ਲੱਗਣੀ, ਇੱਕ ਮੂਰਛਾ ਬੇਹੋਸ਼ੀ ਹੋਣੀ, ਇੱਕ ਤਿੰਨ ਅਵਸਥਾ ਜਿਹੜੀਆਂ ਸੀਗੀਆਂ ਜਾਗਰਤ ਸੁਪਨ ਤੇ ਸੁਖੋਪਤ, ਇਹ ਤਿੰਨ ਅਵਸਥਾ। ਸਭਨ ਪ੍ਰਕਾਸ਼ੈ ਭਾਵ ਅਭਾਵ, ਇਹਨਾਂ ਸਾਰੀਆਂ ਅਵਸਥਾ ਦਾ ਭਾਵ ਅਭਾਵ ਜਿਹੜਾ ਪ੍ਰਕਾਸ਼ਮਾਨ ਕਰਦਾ ਪਿੱਛੇ ਬੈਠ ਕੇ। ਨਿਜ ਅਨਸੂਤ ਸਭਨ ਮੈਂ ਦੇਖੈ, ਆਪਣਾ ਹੀ ਰੂਪ ਸਾਰਿਆਂ 'ਚ ਦੇਖਦਾ ਹੈ ਜਿਹੜਾ ਇੱਥੇ ਅਵਸਥਾ 'ਚ ਪਹੁੰਚ ਜਾਂਦਾ ਹੈ। ਭਾਵ ਸਮਾਧੀ ਦੇ ਵਿੱਚ ਵੀ ਜਿਹੜਾ ਗਿਆਤਾ ਗਿਆਨ ਗੇ ਦਾ ਗਿਆਨ ਕਰਾਉਣ ਵਾਲਾ ਉਹ ਕੌਣ ਆ? ਉਹ ਆਤਮਾ ਹੈ। ਇੱਕ ਨਿਰਵਿਕਲਪ ਸਮਾਧੀ ਵਿੱਚ ਜਾ ਕੇ ਜਿਹੜਾ ਜਿੱਥੇ ਇਹ ਹੋ ਜਾਂਦਾ ਕਿ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ, ਉਹਦਾ ਵੀ ਸਾਨੂੰ ਜਨਾਉਣ ਵਾਲਾ ਕੌਣ ਆ? ਉਹ ਵੀ ਸਾਡੀ ਆਤਮਾ ਹੈ। ਕਹਿੰਦੇ ਫਿਰ ਸਮਾਧੀ ਵਿੱਚ ਤੇ ਮੂਰਛਾ ਵਿੱਚ ਤੇ ਜਾਗਰ ਸੁਪਨ ਸੁਖੋਪਤ ਵਿੱਚ ਤਿੰਨਾਂ ਵਿੱਚ ਕੌਣ ਦੱਸਦਾ? ਭਾਵ ਉਹ ਵੀ ਸਾਡੀ ਆਤਮਾ ਹੈ। ਤੇ ਇਸ ਪ੍ਰਕਾਰ ਜਦੋਂ ਆਤਮਾ ਇਹ ਜੀਵ ਨੂੰ ਦੱਸ ਦਿੰਦੀ ਹੈ ਕਿ ਹੁਣ ਤੇਰੇ ਅੰਦਰ ਕੁਝ ਨਹੀਂ ਰਿਹਾ, ਸਮਾਧੀ ਜਿਹੜੀ ਹੈ ਨਿਰਵਿਕਲਪ ਹੋ ਗਈ ਜਦੋਂ ਤੇਰੀ, ਉਸ ਵਕਤ ਜਾ ਕੇ ਕਹਿੰਦਾ ਸਾਰੇ ਕਿਤੇ ਦੂਜਾ ਕੋਈ ਨਜ਼ਰ ਨਹੀਂ ਆਉਂਦਾ। ਭਾਈ ਕਨ੍ਹਈਆ ਸਿੰਘ ਜੀ ਨੂੰ ਤਾਂ ਅੰਮ੍ਰਿਤ ਛਕ ਕੇ ਤਾਂ ਸਿੰਘ ਜੀ ਨਾਮ ਲੱਗ ਗਿਆ। ਭਾਈ ਤੂੰ ਉੱਥੇ ਮੱਲਮ ਪੱਟੀ ਕਰਦਾ, ਭਾਈ ਤੂੰ ਉੱਥੇ ਪਾਣੀ ਪਿਆਈ ਜਾਂਦਾ ਸਾਰਿਆਂ ਨੂੰ। ਤਾਂ ਉਸ ਵਕਤ ਕਹਿਣਾ ਮਹਾਰਾਜ ਮੈਨੂੰ ਤਾਂ ਕੋਈ ਦੂਜਾ ਨਜ਼ਰ ਨਹੀਂ, ਮੈਨੂੰ ਸਾਰੇ ਤੁਸੀਂ ਹੀ ਦਿਖਦੇ ਹੋ। ਉਹਨਾਂ ਦੀ ਤ੍ਰਿਕੁਟੀ ਸਾਰੀ ਟੁੱਟੀ ਹੋਈ ਸੀ,
ਨਿਰਵਿਕਲਪ ਸਮਾਧੀ ਦੇ ਮਾਲਕ ਹੋ ਜਾਂਦੇ ਨੇ। ਉਹ ਸੁਤੇ ਸਮਾਧ ਭਾਈ ਗੁਰਬਖਸ਼ ਸਿੰਘ ਰਾਮ ਕੁਆਰ ਦੀ ਸੁਤੇ ਸਮਾਧੀ ਸੀ। ਇਸ ਪ੍ਰਕਾਰ ਮਹਾਰਾਜ ਕਹਿੰਦੇ ਬਸ ਤੂੰ ਤੇ ਨਿਕਲ ਗਿਆ ਇਹਨਾਂ ਚੱਕਰਾਂ ਚੋਂ, ਆ ਲੈ ਫੜ ਮੱਲਮ ਲਾਇਆ ਕਰ ਸਾਨੂੰ ਹੁਣ। ਹਉਈ ਪਿਕਨਹਾਰ ਉਰ ਲਿਆਵ। ਇਹ ਮਨ ਦੇ ਅੰਦਰ ਲਿਆਉਂਦਾ ਫਿਰ ਇਸ ਗੱਲ ਨੂੰ ਕਿ ਮੈਂ ਹੀ ਤਾਂ ਹਾਂ ਦੇਖਣ ਵਾਲਾ, ਮੈਂ ਹੀ ਤਾਂ ਹਾਂ ਕਰਤਾ। ਉਹ ਸਰੀਰ ਦੀ ਹੰਗਤਾ ਨੂੰ ਮੇਟ ਕੇ ਕਰਤਾ ਪੁਰਖ ਦੇ ਨਾਲ ਇਉਂ ਮਿਲ ਜਾਂਦਾ ਜਿਵੇਂ ਇੱਕ ਨਦੀ ਚਲਦੀ ਚਲਦੀ ਜਾ ਕੇ ਜਦੋਂ ਸਮੁੰਦਰ ਦੇ ਨੇੜੇ ਜੇ ਜਾਂਦੀ ਆ, ਉੱਥੇ ਪਛਾਣਿਆ ਨਹੀਂ ਜਾਂਦਾ ਕਿ ਨਦੀ ਕਿਹੜੀ ਹੈ ਤੇ ਸਮੁੰਦਰ ਕਿਹੜਾ। ਉਹ ਬ੍ਰਹਮ ਦੇ ਵਿੱਚ ਬ੍ਰਹਮ ਗਿਆਨੀ ਹੋ ਕੇ, ਬ੍ਰਹਮ ਗਿਆਨ ਦੇ ਵਿੱਚ ਪਹੁੰਚ ਕੇ, ਬ੍ਰਹਮ ਦਾ ਸਰੂਪ ਹੋ ਕੇ, ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਤ ਜੀਵੈ ਨਹੀਂ ਮਰਤਾ। ਬ੍ਰਹਮ ਗਿਆਨੀ ਜਿਹੜਾ ਪੂਰਨ ਪੁਰਖ ਵਿਧਾਤਾ, ਉਹ ਸਾਰਾ ਬ੍ਰਹਮ ਗਿਆਨੀ ਦੀ ਅਸ਼ਟਪਦੀ ਹੈ ਇੱਥੇ। ਬਿਰਤ ਅਵਿਦਿਆ ਸੁਖਪਤੀ ਮੈਂ ਮਿਲ ਵਿਖੈ ਜੋ ਤੁਰਿਆ ਅਵਸਥਾ ਗਾਵ। ਸੋ ਹੁਣ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਫਿਰ ਆਪਣਾ ਸਰੂਪ ਸਾਰਿਆਂ ਦੇ ਵਿੱਚ ਦੇਖਦਾ, ਜਾਗਰਤ ਥੂਲ ਬਿਰਤ ਸੋ ਮਿਲਕੈ। ਹੁਣ ਜਾਗਰਤ ਦੇ ਵਿੱਚ ਤੇ ਸਥੂਲ ਬਿਰਤੀ ਦੇ ਨਾਲ ਮਿਲ ਕੇ ਸੁਪਨੇ ਦੇਖਦਾ ਹੈ, ਸੂਖਮ ਬਿਰਤੀ ਦੇ ਨਾਲ ਜਿਹੜਾ ਮਿਲਦਾ ਜਾ ਕੇ। ਦੋਹੇਰਾ ਨਿਰਵਿਕਲਪਤਾ ਤੇ ਰਹਿਤ ਸਭ ਮੈਂ ਮੋਹਿ ਸਰੂਪ। ਸੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਨੇ ਕਿ ਜਿਹੜੀ ਜਾਗਰਤ ਅਵਸਥਾ ਹੈ, ਜਾਗਰਤ ਥੂਲ ਬਿਰਤ ਕੋ ਮਿਲਕੈ ਸੁਪਨੇ ਸੂਖਮ ਬਿਰਤ ਮਿਲਾਪ, ਤੇ ਬਿਰਤ ਵਿਦਿਆ ਸੁਖਪਤ ਮੈਂ ਮਿਲ ਵੇਖਿਆ ਜੋ ਤੁਰਿਆ ਗਾਵ। ਇਸ ਤਰੀਕੇ ਨਾਲ ਕਹਿੰਦੇ ਨੇ ਇੱਕ ਥੋੜਾ ਜਿਹਾ ਫਿਰ ਪਿੱਛੋਂ ਸੁਣ ਲਓ ਵਿਚਾਰ, ਕਿਉਂਕਿ ਕਹਿੰਦੇ ਨਿਜ ਅਨਸੂਤ ਸਬਰ ਮੈਂ ਦੇਖੈ। ਆਪਣਾ ਹੀ ਰੂਪ ਸਾਰਿਆਂ 'ਚ ਦੇਖਦਾ, ਕਹਿੰਦੇ ਹਉ ਹੀ ਪਿਖਨਹਾਰ ਉਰ ਲਿਆਵ। ਔਰ ਆਪਣੇ ਦਿਲ ਵਿੱਚ ਇਹ ਗੱਲ ਲਿਆਉਂਦਾ ਹੈ ਕਿ ਇਹ ਤਾਂ ਮੈਂ ਹੀ ਆ ਸਾਰਿਆਂ ਵਿੱਚ ਬੈਠਾ, ਦੂਜਾ ਤਾਂ ਕੋਈ ਹੈ ਹੀ ਨਹੀਂ। ਇਸ ਕਰਕੇ ਮੈਂ ਕਿਹਨੂੰ ਮਾੜਾ ਕਹਾਂ ਤੇ ਕਿਹਨੂੰ ਚੰਗਾ ਕਹਾਂ, ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮ ਕੋ ਬਨਾਈ। ਇਸ ਤਰ੍ਹਾਂ ਕਹਿੰਦੇ ਨੇ ਇਹ ਸਾਰੀ ਐਸੀ ਇਹਦੀ ਬਿਰਤੀ ਬਣ ਜਾਂਦੀ ਹੈ ਕਿ ਜਿਵੇਂ ਜਾਗਰਤ ਸੁਪਨ ਸੁਖੋਪਤ ਸਭਨਾਂ ਦੇ ਹੋਣ ਨਾ ਹੋਣ ਨੂੰ ਪ੍ਰਕਾਸ਼ੇ ਤੇ ਆਪਣੇ ਆਪ ਨੂੰ ਸਭ ਵਿੱਚ ਮਿਲਿਆ ਹੋਇਆ ਦੇਖੇ ਤੇ ਅਨੁਭਵ ਕਰੇ ਕਿ ਮੈਂ ਹੀ ਆ ਸਭ ਦਾ ਦੇਖਣਹਾਰਾ। ਜਾਗਰਤ ਵਿੱਚ ਸਥੂਲ ਬਿਰਤੀ ਨਾਲ ਮਿਲ ਕੇ ਇੱਕ ਇੱਕ ਚੀਜ਼ ਹੈ ਇਹ, ਜਾਗਰਤ ਅਵਸਥਾ ਵਿੱਚ ਸਥੂਲ ਬਿਰਤੀ ਨਾਲ ਮਿਲ ਕੇ, ਸੁਪਨੇ ਵਿੱਚ ਸੂਖਮ ਬਿਰਤੀ ਨਾਲ ਮਿਲ ਕੇ, ਤੇ ਸਖੋਪਤੀ ਵਿੱਚ ਵਿਦਿਆ ਬਿਰਤੀ ਨਾਲ ਮਿਲ ਕੇ ਸਭ ਨੂੰ ਜੋ ਦੇਖੇ ਉਹਨੂੰ ਕਹਿੰਦੇ ਤੁਰਿਆ ਅਵਸਥਾ। ਇਹ 7ਵੀਂ ਭੂਮਿਕਾ ਜਪਜੀ ਸਾਹਿਬ ਦੇ ਵਿੱਚ ਕਿੱਥੇ ਆਈ ਸੀ? ਇਹ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ ਪਾਓ ਖੱਲਾ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਤੇ ਢਾਲ ਘੜੀਆ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ। ਇਹ ਆਪਾਂ ਕਈ ਵਾਰ ਪੁੱਛਦੇ 7ਵੀਂ ਭੂਮਿਕਾ ਕਿਹੜੀ ਹੈ ਬ੍ਰਹਮ ਗਿਆਨ ਦੀ? ਇਹ 7ਵੀਂ ਭੂਮਿਕਾ ਜਿੱਥੇ ਜਾ ਕੇ ਸਾਰਾ ਕੁਝ ਹੀ ਮੁੱਕ ਗਿਆ, ਜਿੱਥੇ ਜਾ ਕਰਕੇ ਹਰੇਕ ਚੀਜ਼ ਹੀ ਖਤਮ ਹੋ ਗਈ। ਤੁਰਿਆ ਅਵਸਥਾ ਜਾਨੀਏ ਤੁਰਿਆ ਤਤ ਅਨੂਪ। ਇਹ ਤੁਰਿਆ ਅਵਸਥਾ ਜਾਣੋ। ਨਹੀਂ ਨਹੀਂ ਕਹਿੰਦੇ ਇਹ ਤਾਂ ਬੇਮਿਸਾਲ ਤੱਥ ਯਥਾਰਥ ਅਵਸਥਾ ਬਣ ਜਾਂਦੀ ਹੈ। ਰਵਈਆ ਛੰਦ ਜਾਗਰਤ ਆਦ ਸਮਾਦ ਅੰਤ ਲੋ। ਕਹਿੰਦੇ ਜਾਗਰਤ ਤੋਂ ਲੈ ਕੇ ਫਿਰ ਸੁਪਨ ਅਵਸਥਾ, ਫਿਰ ਜਿਹੜੀ ਆਉਂਦੀ ਸੁਖੋਪਤ ਅਵਸਥਾ, ਫਿਰ ਸਮਾਧੀ ਦਾ ਜਿਹੜਾ ਹੈ ਨਾ, ਸਮਾਧੀ ਦੇ ਅੰਤ ਤੱਕ ਜਾ ਕਰਕੇ ਇਹ ਜਿਤਨਾ ਵੀ ਆਪਾਂ ਕਰਮ ਦੇਖਦੇ ਰਹੇ ਨੇ ਜਾਗਰਤ ਤੋਂ ਆਦ ਲੈ ਕੇ ਸਮਾਧੀ ਦੇ ਅੰਤ ਤੱਕ, ਤੇ ਤਿੰਨਾਂ ਸਰੀਰਾਂ ਦਾ ਜਿਹੜਾ ਅਭਿਮਾਨੀ ਜੋ ਹੈ ਸੋ ਉਹ ਜੀਵ ਹੈ। ਆਪਾਂ ਸਾਰੇ ਜਾਣੇ ਜੀਵ ਆਤਮਾ ਹਾਂ। ਇਹ ਜੀਵ ਆਤਮਾ ਹਲੇ ਵੀ ਮੈਲਾ ਹੈ, ਹਲੇ ਉਹ ਜਿਹੜੀ ਚੀਜ਼ ਆਪਾਂ ਲੱਭਦੇ ਹਲੇ ਉਹ ਨਹੀਂ ਆਈ ਇੱਥੇ। ਉਹ ਜਿਹੜਾ ਆਤਮਿਕ ਗਿਆਨ ਹੈ ਉਹ ਹਲੇ ਨਹੀਂ ਪਹੁੰਚਿਆ ਇੱਥੇ। ਇਸ ਕਰਕੇ ਉਹਨਾਂ ਕੁ ਸਮਝਾ ਰਹੇ ਨੇ, ਇਹਨੂੰ ਤ੍ਰਿਦਾ ਅਭਿਮਾਨੀ ਕਹਿੰਦੇ ਹਨ। ਤੁਰਿਆ ਜਾਗਰਤ ਆਦ ਸਭਨ ਕੋ ਅਹੈ ਪ੍ਰਕਾਸ਼ੀ ਸਾਖੀ ਥੀਵ। ਇਹ ਜਿਹੜਾ ਤੁਰਿਆ ਅਵਸਥਾ ਜਾਗਰਤ ਅਵਸਥਾ ਇਹਨਾਂ ਸਾਰਿਆਂ ਦਾ ਸਾਖੀ ਰੂਪ ਹੈ ਨਾ ਆਤਮਾ, ਜਿਹੜਾ ਸਾਰਿਆਂ ਨੂੰ ਪ੍ਰਕਾਸ਼ ਦੇਣ ਵਾਲਾ ਹੈ। ਸੋ ਸਰੂਪ ਹੈ ਸੁਧ ਜੀਵ ਕੋ ਬ੍ਰਹਮ ਰੂਪ ਲਖ ਆਨੰਦ ਸੀਵ। ਕਹਿੰਦੇ ਤੁਰਿਆ ਦੇ ਜਾਗਰਤ ਆਦ ਜਿਹੜੀਆਂ ਨੇ ਨਾ ਸਭਨਾਂ ਦਾ ਜੋ ਪ੍ਰਕਾਸ਼ਕ ਸਾਖੀ ਹੈ, ਕਹਿੰਦੇ ਉਹ ਜਿਹੜਾ ਹੈ ਨਾ ਜੀਵ ਦਾ ਸ਼ੁੱਧ ਸਰੂਪ ਹੈ, ਉਹੀ ਬ੍ਰਹਮ ਰੂਪ ਹੈ। ਤੇ ਉਸੇ ਨੇ ਜਾਣ ਕੇ ਜਿਹੜਾ ਉਹ ਫਿਰ ਆਨੰਦ ਦੀ ਅਵਧੀ ਉੱਥੇ ਜਾ ਕੇ ਵੱਧਦੀ ਹੈ। ਪਹਿਲਾਂ ਤਾਂ ਇੱਕ ਮਲਨ ਅਵਸਥਾ ਦੱਸੀ ਆਪਾਂ ਨੂੰ,
ਜਿੱਥੇ ਆਪਾਂ ਜੀਵ ਆਤਮਾ ਕਹਿਲਾਉਂਦੇ ਆ, ਜੀਵ ਆਤਮਾ ਤੋਂ ਫਿਰ ਇੱਕ ਵੱਖਰਾ ਹੋ ਜਾਂਦਾ ਜਦੋਂ ਜੀਵ ਨਾਲੋਂ ਕੱਟਿਆ ਜਾਂਦਾ, ਕੇਵਲ ਆਤਮਾ ਰਹਿ ਜਾਂਦਾ। ਆਤਮਾ ਪ੍ਰਮਾਤਮਾ, ਜਦੋਂ ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਿਧਾ ਅੰਤਰ ਮਰੈ, ਉਹ ਜਿੱਥੇ ਜਾ ਕੇ ਆਪਣਾ ਸਰੂਪ ਬਣਨਾ ਹੈ, ਉੱਥੇ ਸ਼ੁੱਧ ਸਰੂਪ ਬਣ ਗਿਆ ਆਪਣਾ। ਹਾਲ ਤੱਕ ਤਾਂ ਦੇਖੋ ਮਲੀਨ ਸਰੂਪ ਵਿੱਚ ਬੈਠੇ ਆ, ਭਾਵੇਂ ਆਪਾਂ ਕਿੰਨੇ ਕਹੀਏ ਮੈਂ ਸਾਫ਼ ਸੁਥਰਾ, ਮੈਂ ਸੱਚਾ ਸੁੱਚਾ, ਹਲੇ ਨਹੀਂ ਬਣੇ। ਉਹ ਬਹੁਤ ਉੱਚੀ ਅਵਸਥਾ ਹੈ ਜਿੱਥੇ ਹੁਣ ਮਹਾਰਾਜ ਕਥਨ ਕਰਦੇ ਨੇ ਬ੍ਰਹਮ ਗਿਆਨੀ ਦੀ ਇੱਥੇ ਤੱਕ ਅਵਸਥਾ ਚਲੀ ਜਾਂਦੀ ਹੈ। ਤੋ ਇਸ ਤਰੀਕੇ ਦੇ ਨਾਲ ਕਹਿੰਦੇ ਨੇ ਆਨੰਦ ਦੀ ਹੱਦ ਆ ਗਈ, ਜਿੱਥੇ ਜਿੱਥੇ ਆਪਾਂ ਕਹਿੰਦੇ ਅਨਹੱਦ, ਆਨੰਦ ਦੀ ਹੱਦ, ਇੱਕ ਰਸ ਲਗਾਤਾਰ ਜਿੱਥੇ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ, ਇਹ ਉਸ ਅਵਸਥਾ ਦਾ ਨਾਮ ਹੈ। ਤੁਰਿਆ ਸਾਖੀ ਸਾਖੀ ਤੁਰਿਆ, ਜਾਂ ਤੇ ਏਕ ਰੂਪ ਲਖ ਲੀਵ। ਇੱਕੋ ਹੀ ਰੂਪ ਜਾਣ ਲਿਆ ਹੁਣ ਦੋਨਾਂ ਦਾ। ਤੁਰਿਆ ਤਾਂ ਸਾਖੀ ਤੇ ਸਾਖੀ ਤੁਰਿਆ, ਦੋਨਾਂ ਦਾ ਹੁਣ ਇੱਕੋ ਹੀ ਰੂਪ ਜਾਣ ਲਿਆ। ਕਿ ਤੁਰਿਆ ਤਾਂ ਆਪਾਂ ਸੁਣੀ ਲਈ ਕਿਹੜੀ ਅਵਸਥਾ ਨੂੰ ਕਹਿੰਦੇ ਨੇ, ਤੇ ਸਾਖੀ ਕੌਣ? ਆਤਮਾ। ਇਹ ਸਾਰਾ ਇੱਕੋ ਹੀ ਰੂਪ ਜਾਣ ਲਿਆ ਕਿ ਪਾਣੀ ਸੰਗ ਪਾਣੀ ਦੀ ਅਵਸਥਾ ਵਿੱਚ ਚਲਿਆ ਗਿਆ। ਈਸ਼ਰ ਬ੍ਰਹਮਾ ਵਿਸ਼ਨੂੰ ਰੁਦਰ ਕਹੋ, ਮੂਰਤ ਧਾਰੀ ਤੇਦਾ ਅਨੂਪ। ਹੁਣ ਇਹ ਪਰਮੇਸ਼ਰ ਨੇ ਜਿਹੜੇ ਨੇ ਬਣਾਏ ਨੇ ਰੂਪ, ਪਹਿਲਾਂ ਤਾਂ ਉਹਨੇ ਮਾਇਆ, ਸ਼ੁੱਧ ਤਾਂ ਨਿਰਗੁਣ ਹੈ, ਨਿਰੰਕਾਰ, ਫਿਰ ਓੰਕਾਰ ਕਹਿ ਦਿੱਤਾ। ਓੰਕਾਰ ਕਹਿੰਦਿਆਂ ਸਾਰ ਮਾਇਆ ਰਚੀ, ਰਜੋ ਗੁਣ ਤਮੋ ਗੁਣ ਸਤੋ ਗੁਣ। ਸਤੋ ਗੁਣ ਜਮਾ ਮਾਇਆ, ਜਮਾ ਸ਼ੁੱਧ ਸਤੋ ਗੁਣ ਹੁੰਦਾ ਇਹ। ਇਹਦੇ ਵਿੱਚ ਪਰਮੇਸ਼ਰ ਦੀ ਜੋਤ ਜਦੋਂ ਪੈਂਦੀ ਹੈ, ਇਹਨੂੰ ਕਹਿੰਦੇ ਨੇ ਈਸ਼ਵਰ। ਇਹ ਹੁਣ ਅੱਗੇ ਈਸ਼ਵਰ ਰਚਦਾ ਆਪਣੇ ਰੂਪ ਬ੍ਰਹਮਾ, ਇਹ ਹੁਣ ਅੱਗੇ ਈਸ਼ਵਰ ਰਚਦਾ ਆਪਣੇ ਰੂਪ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ। ਇਹ ਤਿੰਨ ਮੂਰਤਾਂ ਧਾਰਦਾ ਹੈ ਈਸ਼ਵਰ। ਨਿਰੰਕਾਰ ਇਹਨਾਂ ਤੋਂ ਉੱਪਰ ਨੇ। ਨਿਰੰਕਾਰ ਤਾਂ ਮਾਇਆ ਤੋਂ ਰਹਿਤ ਹੁੰਦੇ ਨੇ। ਜਦੋਂ ਆਪ ਜੀ ਰੂਪ ਦੂਜਾ ਧਾਰਦੇ ਨੇ ਮਾਇਆ ਦੇ ਸੰਯੁਕਤ ਹੋ ਕੇ ਸੁੱਧ ਸਤੋਗੁਣ ਨੂੰ ਲੈ ਕੇ, ਉਦੋਂ ਈਸ਼ਵਰ ਜੀ ਬਣ ਜਾਂਦੇ ਨੇ। ਈਸ਼ਵਰ ਹੀ ਅੱਗੇ ਤਿੰਨ ਰੂਪ ਧਾਰਨ ਕਰਕੇ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ, ਇਹਨਾਂ ਰੂਪਾਂ ਨੂੰ ਧਾਰਨ ਕਰ ਲੈਂਦੇ ਹਨ। ਬ੍ਰਹਮ ਸਰੂਪ ਸਤੁਰਿਆ ਜੀਵੈ, ਈਸ਼ਰ ਤੁਰਿਆ ਬ੍ਰਹਮ ਸਰੂਪ। ਪਰ ਇਹਨਾਂ ਸਾਰੀਆਂ ਦਾ ਮੂਲ ਹੈ ਤੁਰਿਆ। ਜੀਵ ਦਾ ਵੀ ਮੂਲ ਤੁਰਿਆ ਹੈ ਤੇ ਈਸ਼ਵਰ ਦਾ ਮੂਲ ਵੀ ਤੁਰਿਆ ਹੈ, ਕਿਉਂਕਿ ਚੱਲੇ ਆਪਾਂ ਪਿੱਛੋਂ ਸਾਰੇ ਇੱਕ ਥਾਂ ਤੋਂ ਹੀ ਹੋਏ ਆ। ਭਾਵੇਂ ਉਹ ਬ੍ਰਹਮਾ ਵਿਸ਼ਨੂੰ ਮਹੇਸ਼ ਨੇ, ਭਾਵੇਂ ਆਮ ਜੀਵ ਨੇ, ਸਾਰੇ ਜਣੇ ਆਪਾਂ ਹਾਂ ਤਾਂ ਇੱਕ ਥਾਂ ਦੀ ਉਪਜੀ ਆ ਨਾ। ਓੰਕਾਰ ਤੋਂ ਹੀ ਸਾਰੇ ਪੈਦਾ ਹੋਏ ਨੇ। ਫਰਕ ਸਿਰਫ ਇੰਨਾ ਹੈ ਕਿ ਜਿਵੇਂ ਆਪਾਂ ਕਿਸੇ ਨੂੰ ਕਹੀਏ ਵੀ ਆਹ ਚੀਜ਼ ਇੱਕੋ ਹੀ ਰੂਪ ਹੈ, ਵੀ ਇਹ 1000 ਰੁਪਏ ਦੀ ਕਹੀ ਜਾਂਦੇ ਹੋ, ਇਹ ਚੀਜ਼ ਜਿਹੜੀ ਆ ਇਹ 500 ਦੀ ਕਹੀ ਜਾਂਦੇ ਹੋ, ਤੇ ਇਹ ਤੁਸੀਂ 100 ਰੁਪਏ ਦੀ ਕਹੀ ਜਾਂਦੇ ਹੋ, ਤੇ ਇਹ ਹੈ ਸਾਰਾ ਦੇਖਣ ਨੂੰ ਇੱਕੋ ਜਿਹਾ ਲੱਗਦਾ। ਉਹ ਕਹਿੰਦੇ ਮਟੀਰੀਅਲ ਦਾ ਫਰਕ ਹੈ, ਇਹ ਮਟੀਰੀਅਲ ਦਾ ਹੀ ਫਰਕ ਹੈ। ਆਹ ਜਿਹੜੇ 1000 ਰੁਪਏ ਵਾਲੀ ਹੈ, ਇਹ ਤਾਂ ਤੁਸੀਂ ਭਾਵੇਂ ਸਿੱਟੀ ਜਾਓ, ਮਰੋੜੀ ਜਾਓ, ਤੋੜੀ ਜਾਓ, ਇਹਨੂੰ ਕੱਖ ਨਹੀਂ ਹੁੰਦਾ। ਇਹ ਸ਼ੁੱਧ ਮਟੀਰੀਅਲ ਹੈ ਇਹਦੇ 'ਚ। ਆ 500 ਰੁਪਏ ਵਾਲੀ ਜਿਹੜੀ ਆ, ਇਹਦੇ ਥੋੜਾ ਮਟੀਰੀਅਲ ਹੈ, ਠੀਕ ਠੀਕ ਹੈ। ਆ 100 ਰੁਪਏ ਵਾਲਾ ਤਾਂ ਸਾਡੀ ਕੋਈ ਗਰੰਟੀ ਨਹੀਂ, ਘਰ ਜਾਂਦੀ ਟੁੱਟ ਜੇ ਭਾਵੇਂ ਇਹ। ਆਪਾਂ ਵੀ ਇਸੇ ਤਾਂ ਤੁਰਿਆ 'ਚੋਂ ਪੈਦਾ ਹੋਏ ਵੇ ਆ। ਇਹ ਜਿਹੜੇ ਈਸ਼ਵਰ ਤੋਂ ਪੈਦਾ ਹੋਏ ਬ੍ਰਹਮਾ ਵਿਸ਼ਨੂੰ ਮਹੇਸ਼ ਹੁਣੀ, ਇਹ ਸਾਰਿਆਂ ਨਾਲੋਂ ਉੱਪਰ ਨੇ। ਜੀਵ ਕੋਟੀ 'ਚ ਹੀ ਆ ਜਾਂਦੇ ਨੇ ਜਾਂ ਦੇਵ ਕੋਟੀ 'ਚ ਆ ਜਾਂਦੇ ਨੇ। ਉਦੋਂ ਬਾਅਦ ਆਪਾਂ ਆ ਜਾਂਦੇ ਆ, ਫਿਰ ਦੇਵਤਿਆਂ ਤੋਂ ਬਾਅਦ ਮਨੁੱਖ ਆ ਜਾਂਦੇ ਆ। ਆਪਾਂ 5 ਸਵਾਲਾਂ 'ਚ ਆ ਜਾਂਦੇ ਆ, ਤੇ ਮਨੁੱਖਾਂ ਤੋਂ ਬਾਅਦ ਫਿਰ ਹੋਰ ਜੁਨੀਆਂ ਆ ਜਾਂਦੀਆਂ, ਫਿਰ ਦੈਂਤ ਆ ਜਾਂਦੇ ਨੇ। ਇਸੇ ਤਰੀਕੇ ਨਾਲ ਜਿਉਂ-ਜਿਉਂ ਇਹ ਹੁਣ ਸਮਝਾਉਣਾ ਜਾਂ ਲੰਮਾ ਚੱਕਰ ਪੈ ਜਾਂਦਾ। ਫਿਰ ਕਈ ਕਹਿੰਦੇ ਤੁਸੀਂ ਬਹੁਤ ਜ਼ਿਆਦਾ ਵਿਸਥਾਰ ਕਰ ਰਹੇ, ਸਾਡੀ ਸਮਝ ਨਹੀਂ ਆਇਆ। ਸੁਣਨਾ ਤਾਂ ਹੁਣ ਤੁਹਾਨੂੰ ਪੈਣਾ ਹੀ, ਜੇ ਆ ਗਏ ਤਾਂ ਹੁਣ ਸੁਣਨਾ ਹੀ ਪੈਣਾ ਇਹ। ਤੇ ਇਸ ਕਰਕੇ ਕਹਿੰਦੇ ਨੇ ਦੇਖੋ ਇਹ ਸਮਝਾਉਣ ਵਿੱਚ ਇੰਨਾ ਕੀ ਆ, ਜਿਹੜਾ ਤਾਂ ਆਪਾਂ ਕਿਹਾ ਸੀ ਸ਼ੁੱਧ ਸਰੂਪ ਹੈ ਮਾਇਆ, ਮਾਇਆ ਦੇ ਨਾਲ ਜਮਾ ਹੈ ਸ਼ੁੱਧ ਸਤੋ ਗੁਣ, ਉਹਦੇ ਵਿੱਚ ਪੈ ਗਈ ਪਰਮੇਸ਼ਰ ਦੀ ਜੋਤ, ਉਹ ਬਣ ਗਿਆ ਈਸ਼ਵਰ। ਹੁਣ ਇੱਕ ਬਿਲਕੁਲ ਸ਼ੁੱਧ ਦੇ ਨਾਲ ਜਮਾ ਨਾਲ ਜੁੜ ਗਿਆ ਰਜੋ ਗੁਣ। ਉਹ ਰਜੋ ਗੁਣ ਕਰਕੇ ਫਿਰ ਅੱਗੇ ਦੇਵਤੇ ਜਨਮ ਲੈ ਲੈਂਦੇ ਨੇ। ਰਜੋ ਗੁਣ ਦੇ ਵਿੱਚ ਫਿਰ ਤਮੋ ਗੁਣ ਮਿਲ ਜਾਂਦਾ ਆ ਕੇ। ਉਹ ਤਮੋ ਗੁਣ ਮਿਲਣੇ ਕਰਕੇ ਜੀਵ ਮਲੀਨ ਹੋ ਜਾਂਦਾ ਹੈ। ਇਸ ਤਰ੍ਹਾਂ ਸਾਡੀਆਂ ਅੱਗੇ ਅੱਗੇ ਜਾਤੀਆਂ ਬਣਦੀਆਂ, ਸਾਡੇ ਸੁਭਾਅ ਬਣਦੇ ਨੇ। ਜਿਹੜਾ ਬਿਲਕੁਲ ਹੀ 100% ਦੇ ਵਿੱਚ 90 ਗੁਣਾ ਜਿਹਦੇ ਵਿੱਚ ਤਮੋ ਗੁਣ ਹੁੰਦਾ, ਉਹਨਾਂ ਨੂੰ ਜੀਵਾਂ ਨੂੰ ਫਿਰ ਆ ਡੰਗਰਾਂ ਦੀਆਂ ਜੁੰਦੀਆਂ ਮਿਲਦੀਆਂ ਜਾ ਕੇ ਜਰਾ,
ਇਸ ਤਰੀਕੇ ਨਾਲ ਅੱਗੇ 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 ਇਹਨਾਂ ਦੀ ਵੰਡ ਹੁੰਦੀ ਰਹਿੰਦੀ ਹੈ। ਈਸ਼ਰ ਜੀਵ ਏਕੇਮ ਜਾਨੋ, ਇਸ ਕਰਕੇ ਈਸ਼ਵਰ ਅਤੇ ਜੀਵ ਹੈ ਦੋਵੇਂ ਇੱਕੋ ਹੀ ਰੂਪ। ਇਸੇ ਕਰਕੇ ਆਪਾਂ ਕਥਾ 'ਚ ਕਈ ਵਾਰ ਕਹਿੰਦੇ ਜੀਵ ਅਤੇ ਈਸ਼ ਦੀ ਏਕਤਾ ਕਰਨੀ ਹੈ। ਏਕਤਾ ਕਿਵੇਂ ਕਰੀਏ? ਇਹਨਾਂ ਦੀ ਏਕਤਾ ਕਿਵੇਂ ਹੋ ਸਕਦੀ ਹੈ? ਜੀਵ ਤਾਂ ਇੰਨਾ ਮਲੀਨ ਹੋਇਆ ਬੈਠਾ ਵਿਸ਼ਿਆਂ ਵਿਕਾਰਾਂ ਵਿੱਚ, ਈਸ਼ਵਰ ਸ਼ੁੱਧ ਹੈ ਬਿਲਕੁਲ, ਤੇ ਆਪਾਂ ਨੇ ਇਹਦੀ ਸ਼ੁੱਧਤਾ ਨੂੰ ਕਿਵੇਂ ਲਿਆਉਣਾ? ਵਾਹਿਗੁਰੂ 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 ਕਰ ਕਰਕੇ ਆਪਣੇ ਆਪ ਨੂੰ ਜੀਵ ਪੁਣੇ ਵਿੱਚੋਂ ਕੱਢ ਕੇ ਈਸ਼ਵਰ ਤੱਕ ਲੈ ਜਾਣਾ। ਈਸ਼ਵਰ ਤੋਂ ਅੱਗੇ ਆਪੇ ਹੀ ਕਿਰਪਾ ਹੋ ਜਾਣੀ ਹੈ। ਵੈ ਤੁਰਿਆਹੀਨ ਕੋ ਰੂਪ, ਤੇ ਇਸ ਕਰਕੇ ਦੋਨੋਂ ਜਾਣੇ ਇਹ ਤੁਰਿਆ ਦਾ ਰੂਪ ਨੇ, ਜਿਹੜੇ ਪਿੱਛੇ ਸੁਣਾ ਕੇ ਆਏ ਨਾ, ਇਹਨਾਂ ਦਾ ਰੂਪ, ਇਹ ਤੁਰਿਆ ਦਾ ਹੀ ਰੂਪ ਦੋਵੇਂ ਜਾਣੇ ਈਸ਼ਵਰ ਹੈ। ਚਾਹੇ ਉਹ ਫਿਰ ਈਸ਼ਵਰ ਤੋਂ ਅੱਗੇ ਬ੍ਰਹਮਾ ਵਿਸ਼ਨੂੰ ਮਹੇਸ਼ ਨੇ, ਚਾਹੇ ਉਹ 33 ਕਰੋੜ ਦੇਵਤਾ ਹੈ, ਉਦੋਂ ਅੱਗੇ ਮਨੁੱਖਾਂ ਦੀ ਜੁਨੀ ਆ ਜਾਂਦੀ ਹੈ। ਇੱਕ ਪਾਸੇ ਤਮੋ ਗੁਣੀ ਦੈਂਤ ਨਿਕਲ ਜਾਂਦੇ ਨੇ, ਤਮੋ ਗੁਣ ਤੋਂ ਫਿਰ ਕਈ ਕੁਝ ਬਣਾਇਆ, ਅੱਗੇ ਰਜੋ ਗੁਣੀਆਂ ਤੋਂ ਇੱਕ ਬਣਾਇਆ, ਫਿਰ ਸਤੋ ਗੁਣੀਆਂ ਤੋਂ ਵਿਸ਼ਨੂੰ ਨੂੰ ਬਣਾਤਾ, ਤੇ ਇਸੇ ਪ੍ਰਕਾਰ ਜਿਹੜਾ ਰਜੋ ਗੁਣੀ ਸੀ ਇਹ ਬ੍ਰਹਮਾ ਨੂੰ ਬਣਾਤਾ, ਤਮੋ ਗੁਣੀ ਸ਼ਿਵ ਜੀ ਨੂੰ ਬਣਾਤਾ। ਇਹ ਮਾਰਨ ਤੇ ਹੀ ਲੱਗਿਆ ਹੁੰਦਾ ਜਦੋਂ ਹੁਕਮ ਹੋ ਜਾਂਦਾ ਅਕਾਲ ਪੁਰਖ ਦਾ। ਇਸੇ ਤਰ੍ਹਾਂ ਜੀਵ ਦੀਆਂ ਅਵਸਥਾਵਾਂ ਬਣਦੀਆਂ ਹਨ। ਅੱਗੇ ਸਾਖੀ ਕੋ ਸਰੂਪ ਨਿਰਵਿਕਲਪ, ਇਹ ਜਿਹੜਾ ਸਾਖੀ ਦਾ ਆਤਮਾ ਦਾ ਸਰੂਪ ਹੈ ਇਹ ਨਿਰਵਿਕਲਪ ਹੈ। ਸਾਖੀ ਜਿਹੜੀ ਆਤਮਾ ਹੈ ਨਾ ਸਾਡੀ, ਇਹ ਨਿਰਵਿਕਲਪ ਵਿੱਚ ਵਰਤਦੀ ਹੈ। ਆਤਮਾ ਤਾਂ ਇੰਨਾ ਆਨੰਦਮਈ ਹੈ, ਉਹ ਬੰਦੇ ਨੂੰ ਫਿਰ ਜਾ ਕੇ ਹਿਲਾਓ ਤਾਂ ਤੁਸੀਂ ਵੀ ਹਿੱਲ ਭਾਈ। ਬਾਬਾ ਮੋਹਨ ਜੀ ਤੋਂ ਪੋਥੀਆਂ ਲੈਣ ਗਏ, ਭਾਈ ਗੁਰਦਾਸ ਜੀ ਦਾ ਦਰਵਾਜ਼ੇ ਦਰੂਜੇ ਖੜਕਾ ਕੇ ਮੁੜ ਆਏ। ਉਹ ਹੁਣ ਤਾਂ ਚੜੀ ਸੀ ਅਵਸਥਾ। ਫਿਰ ਉਸ ਤੋਂ ਬਾਅਦ ਬਾਬਾ ਬੁੱਢਾ ਜੀ ਨੇ ਜਾ ਕੇ ਦਰਵਾਜ਼ੇ ਹੀ ਪੱਟਤੇ। ਉਸ ਵਕਤ ਭੱਜੇ ਆਏ ਬਾਬਾ ਮੋਹਰੀ ਜੀ ਹੁਣੀ, ਕਹਿੰਦੇ ਦੇਖਿਓ ਕਿਤੇ ਸ਼ਰਾਪ ਨਾ ਦੇ ਦੇਣ। ਫਿਰ ਚਲੇ ਗਏ। ਫਿਰ ਆਪ ਪਾਤਸ਼ਾਹ ਆਏ। ਫਿਰ ਜਦ ਕੀਰਤਨ ਕੀਤਾ ਨਾ, ਸ਼ਬਦ ਦਾ ਅਭਿਆਸ, ਉੱਥੇ ਬਹਿ ਕੇ ਸ਼ਬਦ ਪੜ੍ਹਿਆ, ਉਹ ਸ਼ਬਦ ਦੇ ਨਾਲ ਉੱਤੋਂ ਉਤਰਿਆ ਥੱਲੇ ਨੂੰ ਅਵਸਥਾ। ਫਿਰ ਉਤਰਦਿਆਂ ਫਿਰ ਸਰੀਰ ਦੀ ਸੋਝੀ ਹੋ ਆਈ। ਕਹਿੰਦੇ ਇਹ ਕੌਣ ਕੀਰਤਨ ਕਰ ਰਿਹਾ? ਕਹਿੰਦੇ ਗੁਰੂ ਅਰਜਨ ਦੇਵ ਜੀ। ਫਿਰ ਉੱਠੇ ਜਾ ਕੇ ਕਿਤੇ। ਸੋ ਇਸ ਕਰਕੇ ਉਹ ਜਿਹੜਾ ਹੈ ਨਾ ਜੀਵ, ਇਹ ਜਦੋਂ ਨਿਰਵਿਕਲਪ ਸਮਾਧੀ ਵਿੱਚ ਚਲਿਆ ਜਾਂਦਾ ਤਾਂ ਆਨੰਦ ਦੀ ਹੱਦ ਮੁੱਕ ਜਾਂਦੀ। ਉੱਥੇ ਇਤਨਾ ਆਨੰਦ ਆ ਜਾਂਦਾ ਹੈ, ਨਾ ਕੁਝ ਖਾਣ ਨੂੰ ਜੀ ਕਰੇ, ਨਾ ਪੀਣ ਨੂੰ ਜੀ ਕਰੇ। ਫਿਰ ਤਾਂ ਇੱਕੋ ਹੀ ਗੱਲ ਕਹਿੰਦਾ ਹੈ, ਵਾਹਿਗੁਰੂ ਕਿਰਪਾ ਕਰ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਦੋਹੇਰਾ ਸੋ ਬ੍ਰਹਮ ਕੇ ਸੋ ਮਿਲਿਓ, ਨੈ ਨਿਆਰੋ ਨੈ ਕੇ ਸਾਥ। ਇਸ ਕਰਕੇ ਉਹ ਬ੍ਰਹਮ ਕਿਹਦੇ ਨਾਲ ਮਿਲਿਆ? ਸਾਰਿਆਂ ਨਾਲ ਹੀ ਮਿਲਿਆ। ਨਾ ਉਹ ਵੱਖਰਾ ਸਾਤੋਂ, ਤੇ ਨਾ ਅਸੀਂ ਉਹ ਤੋਂ ਵੱਖਰੇ ਹਾਂ। ਨਾ ਉਹਨੂੰ ਇਹ ਕਹਿ ਸਕਦੇ ਹੋ ਕਿ ਸਾਤੋਂ ਦੂਰ ਹੈ, ਉਹ ਸਾਡੇ ਤੋਂ ਦੂਰ ਵੀ ਨਹੀਂ ਹੈ, ਸਾਡੇ ਦੇਖਣ ਨੂੰ ਨੇੜੇ ਵੀ ਨਹੀਂ ਲੱਗਦਾ। ਕਿਉਂ? ਇਸ ਕਰਕੇ ਸਾਰੇ ਜਾਣੇ ਕਹਿੰਦੇ ਨੇ ਗਾਵੈ ਕੋ ਵੇਖਾ ਹਾਦਰਾ ਦੂਰ, ਕੋਈ ਕਹਿੰਦਾ ਬਿਲਕੁਲ ਨੇੜੇ ਹੈ, ਗਾਵੈ ਕੋ ਜਾਪੈ ਦਿਸੈ ਦੂਰ। ਇਹ ਸਾਰਿਆਂ ਵਿੱਚ ਮਿਲਿਆ ਹੋਇਆ ਵੀ ਹੈ ਤੇ ਨਿਰਲੇਪ ਵੀ ਹੈ। ਨਿਰਵਿਕਲਪ ਸੋ ਬ੍ਰਹਮ ਹੈ, ਉਰ ਜਨਾਏ ਗੁਰਨਾਥ। ਕਹਿੰਦੇ ਇਹ ਉਰ ਹਿਰਦੇ ਵਿੱਚ ਜਣਾਉਂਦੇ ਨੇ ਗੁਰੂ ਮਾਲਕ, ਜਿਹਨੂੰ ਜਣਾ ਦੇਣ ਕਿ ਉਹ ਜਿਹੜਾ ਹੈ ਨਾ ਨਿਰਵਿਕਲਪ ਸੋ ਬ੍ਰਹਮ ਹੈ। ਉਹ ਬ੍ਰਹਮ ਹੀ ਕੇਵਲ ਨਿਰਵਿਕਲਪ ਹੈ, ਉਹਦੇ ਵਿੱਚ ਕੋਈ ਸੰਕਲਪ ਨਹੀਂ ਉੱਠਦਾ। ਗਿਣਤੀ ਤਾਂ ਆਪਾਂ ਨਹੀਂ ਕਰ ਸਕਦੇ ਕਿਉਂਕਿ ਉੱਥੇ ਗਿਣਤੀ ਮਿਣਤੀ ਹੈ ਨਹੀਂ, ਪਰ ਅੰਦਾਜ਼ਨ ਇੱਕ ਗੱਲ ਲਾ ਲਓ ਬਈ ਜਦੋਂ ਆਪਣੇ 4 ਯੁੱਗ ਲੰਘ ਜਾਂਦੇ ਨੇ, ਫਿਰ ਇਹ ਜੇ ਇਹਨੂੰ ਇੱਕ ਚੌਂਕੜੀ ਕਹਿੰਦੇ, 4 ਯੁੱਗਾਂ ਦਾ ਇੱਕ ਚੌਂਕੜੀ ਬਣ ਗਈ। ਜਦੋਂ ਇਹ ਜੇ 10 ਚੌਂਕੜੀਆਂ ਲੰਘ ਜਾਣ ਤਾਂ ਇੱਕ ਕਲਪ ਬਣਦਾ ਹੈ। ਹੁਣ ਅਰਬਾਂ ਖਰਬਾਂ ਕਲਪਾਂ ਤੋਂ ਬਾਅਦ ਕਿਤੇ ਜਾ ਕੇ ਪਰਮੇਸ਼ਰ ਨੂੰ ਇਹ ਵੀ ਅੰਦਾਜ਼ਾ ਜਿਹਾ ਲਾ ਰਹੇ ਹਾਂ ਆਪਾਂ, ਵੈਸੇ ਉਹ ਠੀਕ ਨਹੀਂ ਹੈ ਗੱਲ, ਕਿਉਂਕਿ ਉੱਥੇ ਤਾਂ ਸਮਾਂ ਨਹੀਂ ਨਾ ਹੈ ਪਰਮੇਸ਼ਰ ਵਿੱਚ। ਕਦੇ ਜਾ ਕੇ ਸੰਕਲਪ ਹੋਇਆ ਕਿ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ। ਨਿਰਵਿਕਲਪ ਹੀ ਰਹਿੰਦੇ ਨੇ ਉਹ, ਹੁਣ ਵੀ ਨਿਰਵਿਕਲਪ ਹੀ ਬੈਠੇ ਨੇ। ਜਿੱਦਣ ਕਿਤੇ ਖਿਆਲ ਆ ਗਿਆ ਵੀ ਚਲੋ ਛੱਡੋ ਪਰੇ, ਉਦੋਂ ਹੀ ਆਪਾਂ ਸਭ ਕੁਝ ਹੀ ਖਤਮ ਹੋ ਜਾਣਾ, ਬ੍ਰਹਿਮੰਡ ਸਾਰਾ ਹੀ ਮੁੱਕ ਜਾਣਾ, ਤੱਤਾਂ 'ਚ ਸਾਰੇ ਤੱਤ ਲੀਨ ਹੋ ਜਾਣੇ ਨੇ। ਇਹ ਨਿਰਵਿਕਲਪ ਹੈ ਸਮਾਧੀ। ਨਿਰਵਿਕਲਪ ਸਮਾਧੀ ਵਿੱਚ ਬੰਦਾ 7 ਦਿਨ ਤੋਂ ਵੱਧ ਨਹੀਂ ਜਿਉਂਦਾ, 7 ਦਿਨਾਂ ਬਾਅਦ ਉਹ ਸਰੀਰ ਛੱਡ ਜਾਂਦਾ। ਇਸ ਕਰਕੇ ਕੋਈ ਬ੍ਰਹਮ ਗਿਆਨੀ ਨਿਰਵਿਕਲਪ ਸਮਾਧੀ ਤੱਕ ਜਾਂਦਾ ਹੈ, ਨਹੀਂ ਤਾਂ ਅਕਾਲ ਪੁਰਖ ਵਾਹਿਗੁਰੂ ਨਿਰਵਿਕਲਪ ਸਮਾਧੀ ਵਿੱਚ ਰਹਿੰਦੇ ਹਨ। ਬ੍ਰਹਮ ਰੂਪ ਆਨੰਦ ਹੈ, ਆਨੰਦ ਸੋ ਬ੍ਰਹਮ ਰੂਪ। ਕਹਿੰਦੇ ਬ੍ਰਹਮ ਰੂਪ ਆਨੰਦ ਹੈ ਤੇ ਆਨੰਦ ਉਹ ਬ੍ਰਹਮ ਹੈ, ਦੋਨੋਂ ਇੱਕੋ ਰੂਪ ਨੇ। ਜੇ ਕਿ ਨਾਮ ਕਿਉਂ ਰੱਖਿਆ ਸ੍ਰੀ
ਆਨੰਦਪੁਰ ਸਾਹਿਬ, ਕਿਉਂਕਿ ਆਨੰਦ ਤਾਂ ਉੱਥੇ ਆਪ ਆਇਆ ਹੋਇਆ ਸੀ, ਇਸੇ ਕਰਕੇ ਤਾਂ ਆਨੰਦ ਨਾਮ ਰੱਖਿਆ। ਹਜੂਰ ਸਾਹਿਬ, ਕਦੇ ਸੋਚਿਆ ਹਜੂਰ ਸਾਹਿਬ ਕਿਉਂ ਨਾਂ ਰੱਖਿਆ? ਇਹ ਸਾਰੀਆਂ ਚੀਜ਼ਾਂ, ਹਰਿਮੰਦਰ ਸਾਹਿਬ ਕਿਉਂ ਨਾਂ ਰੱਖਿਆ? ਇਹ ਸਾਰੀਆਂ ਚੀਜ਼ਾਂ ਇਸੇ ਚੀਜ਼ ਤੋਂ ਜਣਾਉਂਦੀਆਂ ਨੇ ਕਿ ਆਨੰਦ ਬ੍ਰਹਮ ਹੈ ਤੇ ਬ੍ਰਹਮ ਹੀ ਆਨੰਦ ਹੈ। ਇਹ ਦੋਨੋਂ ਚੀਜ਼ਾਂ ਇੱਕੋ ਹੀ ਰੂਪ ਨੇ, ਉਸੇ ਦਾ ਨਾਮ ਹੀ ਆਨੰਦ ਹੈ। ਜਿਸ ਜਾਣੇ ਬੰਧਨ ਕਟੈ ਮਿਟੈ ਅੰਧ ਤਮ ਕੂਪ। ਜਿਸ ਬ੍ਰਾਹਮਣ ਨੂੰ, ਅਕਾਲ ਪੁਰਖ ਨੂੰ ਜਾਣਨੇ ਕਰਕੇ ਸਾਡੇ ਬੰਧਨ ਕੱਟੇ ਜਾਂਦੇ ਨੇ, ਆਪਾਂ ਨੂੰ ਸਮਝ ਪੈ ਜਾਂਦੀ ਹੈ। ਅੰਦਰ ਜਿਹੜੇ ਆਪਣਾ ਨਾ ਅੰਧ ਤਮ ਕੂਪ, ਅੰਧ ਅਗਿਆਨਤਾ ਦਾ ਤਮ ਹਨੇਰਾ, ਕੂਪ ਜਿਹੜਾ ਹੁੰਦਾ ਖੂਹ, ਗਾਲੇ ਬਹੁਤ ਡੂੰਘੇ ਖੂਹੀ ਵਿੱਚ ਕੋਈ ਬੰਦਾ ਡਿੱਗ ਪਵੇ ਨਾ ਤੇ ਹੋਵੇ ਉੱਪਰੋਂ ਹਨੇਰਾ ਤੇ ਬੁਰਾ ਹਾਲ ਹੋ ਜਾਂਦਾ ਉਹਦਾ, ਉੱਥੇ ਤਾਂ ਇੰਨਾ ਅਗਿਆਨਤਾ ਦਾ ਹਨੇਰਾ। ਇਸੇ ਪ੍ਰਕਾਰ ਆਪਾਂ ਵੀ ਅੰਨੇ ਖੂਹ 'ਚ ਡਿੱਗੇ ਹੋਏ ਆ। ਔਰ ਅੱਜ ਹੀ ਪਾਤਸ਼ਾਹ ਨੇ ਸ੍ਰੀ ਮੁਖਵਾਕ ਬਖਸ਼ਿਆ, ਮੰਦਲੇ ਅੰਧ ਵਿਖਿਆ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਐਸੀ ਨਿਰਾਲੀ ਕਥਾ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਇੱਕੋ ਵਾਰ 'ਚ ਨਹੀਂ ਸਾਧ ਸੰਗਤ ਜੀ ਇਹ ਗਿਆਨ ਹੁੰਦਾ ਹੈ। ਤਾਂ ਗੱਲ ਤੁਹਾਡੀ ਵੀ ਠੀਕ ਹੈ ਵੀ ਇਹ ਸਾਖੀਆਂ ਠੀਕ ਰਹਿੰਦੀਆਂ। ਇਹ ਗੁਰਦੁਆਰਾ ਮੋਤੀ ਬਾਗ ਸਾਹਿਬ ਕਥਾ ਕੀਤੀ ਸੀ ਬਹੁਤ ਸਾਲ ਪਹਿਲਾਂ, ਉਦੋਂ ਵੀ ਸੰਗਤ ਕਹਿੰਦੀ ਸੀ ਇਹ ਕੀ ਸ਼ੁਰੂ ਕਰ ਲਿਆ, ਮਾਈਆਂ ਬਜ਼ੁਰਗ ਕਹਿੰਦੇ ਉਹ ਸਾਨੂੰ ਤਾਂ ਉਹ ਠੀਕ ਹੈ ਸਾਖੀਆਂ। ਮੈਂ ਕਿਹਾ ਜੇ ਸਾਰੀ ਜ਼ਿੰਦਗੀ ਸਾਖੀਆਂ ਸੁਣਦੇ ਰਹੇ ਤਾਈਆਂ ਤੁਸੀਂ ਕਾਮਯਾਬ ਨਹੀਂ ਹੋਏ। ਸਾਖੀ ਇਹ ਜਿਹੜੀ ਗਿਆਨ ਵਾਲੀ ਚੀਜ਼ ਹੈ, ਜੇ ਬੰਦਾ ਸਾਰੀ ਜ਼ਿੰਦਗੀ ਦਾਲ ਰੋਟੀ ਖਾਂਦਾ ਰਹੇ ਤੇ ਘਿਓ ਨਾ ਖਾਵੇ, ਬਦਾਮ ਨਾ ਖਾਵੇ ਤਾਂ ਫਾਇਦਾ ਕੀ, ਫਿਰ ਤਾਕਤ ਕਿੱਥੋਂ ਆਊਗੀ? ਉਹਦਾ ਤਾਂ ਕਹਿੰਦੇ ਵਿਟਾਮਿਨ ਖਾਣੇ ਚਾਹੀਦੇ ਨੇ। ਇਹ ਹੁਣ ਵਿਟਾਮਿਨ ਰੂਪੀ ਕਥਾ ਹੈ, ਇਹ ਤਾਕਤ ਵਾਲੀ ਕਥਾ ਹੈ। ਇਹ ਤੁਹਾਨੂੰ ਇੰਨਾ ਗਿਆਨ ਦੇ ਦੇਵੇਗੀ ਕਿ ਸਧਾਰਨ ਬੰਦਾ ਤੁਹਾਡੇ ਸਾਹਮਣੇ ਨਹੀਂ ਫਿਰ ਖੜ ਸਕਦਾ। ਨਾਲੇ ਤੁਹਾਨੂੰ ਇਹ ਵੀ ਪਤਾ ਲੱਗ ਜਾਊਗਾ ਕਿ ਆਪਾਂ ਅੰਦਰ ਸਾਡੇ ਸਿਸਟਮ ਕਿੰਨਾ ਕੁ ਵੱਡਾ ਹੈ, ਤੇ ਨਾਲੇ ਇਹ ਵੀ ਪਤਾ ਲੱਗ ਜਾਊਗਾ ਕਿ ਆਪਾਂ ਬਾਣੀ ਕਿਉਂ ਪੜ੍ਹਦੇ ਹਾਂ। ਇਹ ਵੀ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਆਪਾਂ ਕਿਉਂ ਰੋਜ਼ ਕਹਿੰਦੇ ਆ ਵਾਹਿਗੁਰੂ 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 ਵਾਹਿਗੁਰੂ